हेलो स्टूडेंट्स, मैं रोहित कुमार ਕੁਆਂਟ ਫਿਲਟੀ ਸਕਸੈਸ ਪੁਆਇੰਟ ਬੁਢਲਾਡਾ ਤੁਹਾਡਾ ਸਕਸੈਸ ਪੁਆਇੰਟ ਬੁਢਲਾਡਾ ਦੇ ਲਰਨਿੰਗ ਪਲੇਟਫਾਰਮ CET ਪੇਪਰ ਦੇ ਬਹੁਤ ਸਵਾਗਤ ਕਰਦਾ ਹਾਂ। ਉਮੀਦ ਹੈ ਤੁਸੀਂ ਆਉਣ ਵਾਲੀ ਵੈਕੈਂਸੀਜ਼ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ, ਜਿਵੇਂ ਕਿ ਵਕਫ ਬੋਰਡ ਜਾਂ ਆਪਾਂ ਗੱਲ ਕਰੀਏ ਵਾਰਡ ਅਟੈਂਡੈਂਟ ਜਾਂ ਸਪੈਸ਼ਲੀ ਪੰਜਾਬ ਪਟਵਾਰੀ। ਇਹਨਾਂ ਸਾਰੀਆਂ ਵੈਕੈਂਸੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਇੱਕ ਮੈਥ ਦੀ ਸੀਰੀਜ਼ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਪਟਵਾਰੀ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਪੰਜਾਬ ਪਟਵਾਰੀ ਦੇ ਵਿੱਚ ਜੋ ਮੇਨਲੀ ਕੁਐਸਚਨਸ ਆਉਂਦੇ ਹਨ ਉਹ ਮੈਂਸੂਰੇਸ਼ਨ ਏਰੀਆ ਜਾਂ ਵੋਲੀਅਮ ਟੌਪਿਕ ਦੇ ਵਿੱਚੋਂ ਹੀ ਆਉਂਦੇ ਹਨ। ਤਾਂ ਇਸ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਆਰ.ਐਸ. ਅਗਰਵਾਲ ਦੀ ਪੁਰਾਣੀ ਬੁੱਕ ਜੋ ਹੈ ਉਸਦੇ ਵਿੱਚੋਂ ਏਰੀਆ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੈ, ਜਿਸ ਦੇ ਕਿ ਮੈਂ ਕੁਐਸਚਨ ਨੰਬਰ 1 ਤੋਂ 50 ਪਿਛਲੀਆਂ 5 ਵੀਡੀਓਜ਼ ਦੇ ਵਿੱਚ ਕਰਵਾ ਚੁੱਕਿਆ ਹਾਂ। ਅਤੇ ਹੁਣ ਜੋ ਨੈਕਸਟ ਪਾਰਟ ਬਣਨ ਜਾ ਰਿਹਾ ਹੈ ਕੁਐਸਚਨ ਨੰਬਰ 51 ਤੋਂ 60 ਦਾ ਬਣਨ ਜਾ ਰਿਹਾ ਹੈ। ਤਾਂ ਅੱਜ ਦੇ ਜੋ ਕੁਐਸਚਨਸ ਹੋਣਗੇ ਉਹ ਸਕੁਅਰ ਤੇ ਰੈਕਟੈਂਗਲ ਬੇਸਡ ਹੋਣਗੇ। ਤਾਂ ਇਸੇ ਤਰ੍ਹਾਂ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਤੇ ਨਾਲ ਹੀ ਬੈਲ ਆਈਕਨ ਤੇ ਵੀ ਕਲਿੱਕ ਕਰੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਵੀ ਮਿਲਦੀ ਰਹੇ। ਤਾਂ ਅੱਜ ਦੇ ਆਪਾਂ ਕੁਐਸਚਨਸ ਨੂੰ ਸੋਲਵ ਕਰਾਂਗੇ। ਤਾਂ ਸੋਲਵ ਕਰਨ ਤੋਂ ਪਹਿਲਾਂ ਅੱਜ ਆਪਾਂ ਸਕੁਅਰ ਤੇ ਰੈਕਟੈਂਗਲ ਦੀ ਥੋੜ੍ਹੀ ਜਿਹੀ ਡਿਸਕਸ਼ਨ ਕਰਾਂਗੇ। ਸਕੁਅਰ ਤੇ ਰੈਕਟੈਂਗਲ ਹੈ ਕੀ ਚੀਜ਼, ਫਿਰ ਅੱਗੇ ਦੇ ਕੁਐਸਚਨਸ ਨੂੰ ਸੋਲਵ ਕਰਾਂਗੇ। ਕਿਉਂਕਿ ਜੋ ਅੱਜ ਦੇ ਕੁਐਸਚਨ ਨੇ ਉਹ ਸਕੁਅਰ ਤੇ ਰੈਕਟੈਂਗਲ ਬੇਸਡ ਨੇ, ਤਾਂ ਥੋੜ੍ਹਾ ਜਿਹਾ ਪਹਿਲਾਂ ਬੇਸਿਕ ਸਮਝਣਾ ਜ਼ਰੂਰੀ ਹੈ। ਸਕੁਅਰ ਦੀ ਗੱਲ ਕਰੀਏ, ਸਕੁਅਰ ਪੰਜਾਬੀ ਜਿਸ ਨੂੰ ਆਪਾਂ ਵਰਗ ਕਹਿ ਦਿੰਦੇ ਹਾਂ, ਸਕੁਅਰ ਪੰਜਾਬੀ ਜਿਸ ਨੂੰ ਆਪਾਂ ਵਰਗ ਕਹਿ ਦਿੰਦੇ ਹਾਂ। ਸਕੁਅਰ ਜਾਂ ਪੰਜਾਬੀ ਇਸ ਨੂੰ ਆਪਾਂ ਵਰਗ ਕਹਿ ਦਿੰਦੇ ਹਾਂ। ਸਕੁਅਰ ਦੇ ਵਿੱਚ 4 ਸਾਈਡਸ ਹੁੰਦੀਆਂ ਨੇ, ਜੋ ਚਾਰੇ ਸਾਈਡਸ ਨੇ ਇਹ ਬਰਾਬਰ ਹੁੰਦੀਆਂ ਨੇ। ਤਾਂ ਜੋ ਵਿੱਚ ਚੀਜ਼ ਇਸਨੂੰ ਏਰੀਆ ਕਿਹਾ ਜਾਂਦਾ ਹੈ। ਜੋ ਆਪਣੀ ਲਾਈਨ A ਤੋਂ C ਦਿਖ ਰਹੀ ਹੈ ਇਹ ਇਸ ਨੂੰ ਡਾਇਗੋਨਲ ਕਿਹਾ ਜਾਂਦਾ ਹੈ, ਇਸ ਦੀ ਸਾਈਡ ਹੈ। ਤਾਂ ਸਭ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ ਏਰੀਆ, ਜਿਵੇਂ ਏਰੀਆ ਜਾਂ ਪੰਜਾਬੀ 'ਚ ਆਪਾਂ ਖੇਤਰਫਲ ਦੀ ਗੱਲ ਕਰਾਂਗੇ। ਇਸ ਦਾ ਏਰੀਆ ਦਾ ਫਾਰਮੂਲਾ ਹੁੰਦਾ ਹੈ ਸਾਈਡ ਇੰਟੂ ਸਾਈਡ ਜਾਂ ਸਾਈਡ ਸਕੁਅਰ, ਜਾਂ ਜੋ ਆਪਣੇ ਕੋਲ ਇਹ ਡਾਇਗਨਲ ਦਿੱਤਾ ਹੋਇਆ ਹੈ ਉਹ ਡਾਇਗਨਲ ਸਕੁਅਰ ਬਟਾ 2। ਇਹ 3 ਫਾਰਮੂਲੇ ਹੁੰਦੇ ਨੇ ਇਸਦੇ ਏਰੀਆ ਫਾਈਂਡ ਕਰਨ ਦੇ। ਉਸ ਤੋਂ ਬਾਅਦ ਏਰੀਆ ਮਤਲਬ ਜੋ ਵਿੱਚ ਵਾਲੀ ਚੀਜ਼ ਹੈ, ਆਹ ਚੀਜ਼ ਹੈ ਜੋ ਇਸਨੂੰ ਏਰੀਆ ਕਿਹਾ ਜਾਂਦਾ। ਜਾਂ ਆਪਾਂ ਗੱਲ ਕਰੀਏ ਇਸ ਦੀ ਪੈਰਾਮੀਟਰ ਦੀ, ਪੈਰਾਮੀਟਰ ਦੀ ਗੱਲ ਕਰੀਏ, ਜੋ ਇਹਦਾ ਪੈਰਾਮੀਟਰ ਹੈ ਇਸਦੇ ਚਾਰੇ ਭੁਜਾਵਾਂ ਦੇ ਜੋੜ ਨੂੰ ਪੈਰਾਮੀਟਰ ਕਿਹਾ ਜਾਂਦਾ ਹੈ। ਜੋ ਇਸਦੇ ਚਾਰੇ ਭੁਜਾਵਾਂ ਦੀ ਲੰਬਾਈ ਦਾ ਜੋੜ ਇਸਨੂੰ ਪੈਰਾਮੀਟਰ ਕਿਹਾ ਜਾਂਦਾ ਹੈ, the sum of all sides। ਤਾਂ ਇਹਦਾ ਫਾਰਮੂਲਾ ਹੋਊਗਾ ਸਾਈਡ ਇੰਟੂ 4, ਸਾਈਡ ਇੰਟੂ 4। ਉਸ ਤੋਂ ਬਾਅਦ ਗੱਲ ਕਰੀਏ, ਜੇਕਰ ਆਪਾਂ ਨੂੰ ਆਪਣੇ ਸਾਈਡ ਪਤਾ ਕਰਨੀ ਹੋਵੇ ਪਰ ਪੈਰਾਮੀਟਰ ਦਿੱਤਾ ਹੋਵੇ ਤਾਂ ਕਿਵੇਂ ਫਾਈਂਡ ਕਰਾਂਗੇ? ਤਾਂ ਸਾਈਡ ਇਕੁਅਲ ਟੂ ਪੈਰਾਮੀਟਰ ਅਪੋਨ 4। ਤਾਂ ਇਹ ਫਾਰਮੂਲਾ ਜੀ। ਬਾਕੀ ਜਿਵੇਂ ਕਿ ਕੁਐਸਚਨਸ ਆਉਂਦੇ ਰਹਿਣਗੇ ਉਸ ਦੇ ਵਿੱਚ ਆਪਾਂ ਕੁਐਸਚਨ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਡਿਸਕਸ਼ਨ ਕਰਦੇ ਰਹਾਂਗੇ। ਹੁਣ ਆਪਾਂ ਅੱਗੇ ਗੱਲ ਕਰੀਏ ਰੈਕਟੈਂਗਲ ਦੀ। ਜੇ ਆਪਾਂ ਰੈਕਟੈਂਗਲ ਦੀ ਗੱਲ ਕਰੀਏ, ਰੈਕਟੈਂਗਲ ਦੇ ਵਿੱਚ ਇਹ ਦੋ ਲੰਬਾਈਆਂ ਬਰਾਬਰ ਹੋਣਗੀਆਂ। ਲੰਬਾਈ ਆਹ ਲਾਈਨ ਲੰਬਾਈ ਇਸ ਦੇ ਬਰਾਬਰ, ਆਹ ਚੌੜਾਈ ਇਸ ਦੇ ਬਰਾਬਰ। ਤਾਂ ਇਸ ਦਾ ਏਰੀਆ ਦਾ ਫਾਰਮੂਲਾ ਹੁੰਦਾ ਹੈ, ਤਾਂ ਇਸ ਦੇ ਏਰੀਆ ਦਾ ਫਾਰਮੂਲਾ ਹੁੰਦਾ ਹੈ ਜੀ L ਇੰਟੂ B, ਲੰਬਾਈ ਗੁਣਾ ਚੌੜਾਈ। ਲੰਬਾਈ ਗੁਣਾ ਚੌੜਾਈ। ਇਹਦਾ ਜੋ ਪੈਰਾਮੀਟਰ ਵੀ ਕੀ ਹੁੰਦਾ? ਸਮ ਆਫ ਆਲ ਸਾਈਡਸ। ਪੈਰਾਮੀਟਰ ਦਾ ਫਾਰਮੂਲਾ ਹੋਵੇਗਾ ਜੀ 2 ਇੰਟੂ
L plus B ਮੀਨਸ ਆ ਸਾਰੀਆਂ ਲੰਬਾਈਆਂ ਦਾ ਜੋੜ। ਉਸ ਤੋਂ ਬਾਅਦ ਆਪਾਂ ਇਹਦੀ ਗੱਲ ਕਰੀਏ ਡਾਇਗਨਲ ਦੀ, ਡਾਇਗਨਲ ਕੀ ਹੁੰਦਾ, ਬੇਸ ਸਕੁਅਰ ਪਲੱਸ ਹਾਈਟ ਸਕੁਅਰ ਬਰਾਬਰ ਡਾਇਗਨਲ ਸਕੁਅਰ ਦੇ, ਇਸ ਦੇ ਫਾਰਮੂਲੇ ਹੁੰਦੇ ਨੇ। ਜੇਕਰ ਆਪਾਂ ਨੇ ਲੈਂਥ ਪਤਾ ਕਰਨੀ ਹੋਵੇ, ਆਪਾਂ ਨੂੰ ਏਰੀਆ ਦਿੱਤਾ ਹੋਵੇ ਤਾਂ ਫਾਰਮੂਲਾ ਹੋਊਗਾ ਏਰੀਆ ਅਪੋਨ ਵਿਡਥ। ਵਿਡਥ ਪਤਾ ਕਰਨੀ ਹੋਵੇ, ਏਰੀਆ ਆਪਣੇ ਕੋਲ ਹੋਣਾ ਜ਼ਰੂਰੀ ਹੈ ਤਾਂ ਏਰੀਆ ਅਪੋਨ ਲੈਂਥ। ਇਹ ਕੁਝ ਫਾਰਮੂਲੇ ਨੇ। ਇਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਅੱਗੇ ਕੁਐਸਚਨ ਸੋਲਵ ਕਰਦੇ ਚੱਲਾਂਗੇ, ਨਾਲ ਨਾਲ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕਰਦੇ ਚੱਲਾਂਗੇ। ਹੁਣ ਜੋ ਅੱਜ ਦਾ ਪਹਿਲਾ ਕੁਐਸਚਨ ਹੈ ਉਸ 'ਚ ਕੀ ਲਿਖਿਆ ਗਿਆ ਹੈ, ਕਹਿੰਦੇ the number of marble slab of size 20 by 30 centimeter required to pave the floor of square room of height 3 meter। ਹੁਣ ਆ ਇੱਕ ਸਕੁਅਰ ਰੂਮ ਹੈ, ਇਹ ਹੁਣ ਇੱਕ ਸਕੁਅਰ ਰੂਮ ਹੈ। ਇਹਦੇ ਵਿੱਚ ਆਪਾਂ ਇੱਕ ਫਰਸ਼ ਲਾਉਣਾ ਹੈ ਇੱਟਾਂ ਦਾ, ਜਿਸਦੀ ਡਾਇਮੈਂਸ਼ਨ 20 ਬਾਈ 30 ਸੈਂਟੀਮੀਟਰ ਹੈ। ਠੀਕ ਹੈ ਜੀ, ਜੋ ਇਸਦੀ ਲੰਬਾਈ ਹੈ 3 ਮੀਟਰ ਹੈ। ਇਹ ਸੈਂਟੀਮੀਟਰ ਦੇ ਵਿੱਚ ਹੈ, ਇਹ ਰੂਮ ਦੀ ਜਿਹੜੀ ਵਿਡਥ ਹੈ ਉਹ ਮੀਟਰ ਦੇ ਵਿੱਚ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਇਸ ਰੂਮ ਦਾ ਏਰੀਆ ਫਾਈਂਡ ਕਰਾਂਗੇ। ਏਰੀਆ ਫਾਈਂਡ ਕਰਨ ਦਾ ਫਾਰਮੂਲਾ ਕੀ ਹੋਊਗਾ, ਸਾਈਡ ਇਨਟੂ ਸਾਈਡ। ਠੀਕ ਹੈ ਜੀ, ਤਾਂ ਦਾ ਏਰੀਆ ਕਿੰਨਾ ਆ ਜਾਏਗਾ, 3 ਮੀਟਰ ਨੂੰ ਆਪਾਂ ਸੈਂਟੀਮੀਟਰ 'ਚ ਕਨਵਰਟ ਕਰ ਲਈਏ, ਕਿਉਂਕਿ ਇੱਥੇ ਆਪਣੇ ਕੋਲ ਜੋ ਡਾਟਾ ਉਹ ਕਿਸ 'ਚ ਹੈ, ਸੈਂਟੀਮੀਟਰ। ਜੋ ਇੱਟ ਦੀ ਡਾਇਮੈਂਸ਼ਨ ਹੈ, ਸਲੈਬ ਦੀ ਡਾਇਮੈਂਸ਼ਨ ਹੈ, ਉਹ ਸੈਂਟੀਮੀਟਰ ਦੇ ਵਿੱਚ ਹੈ। ਤਾਂ ਇਸ ਕਰਕੇ 1 ਮੀਟਰ ਬਰਾਬਰ 100 ਸੈਂਟੀਮੀਟਰ ਦੇ ਹੁੰਦੇ ਆ ਜੀ। 1 ਮੀਟਰ ਬਰਾਬਰ 100 ਸੈਂਟੀਮੀਟਰ। ਇਸ ਕਰਕੇ ਮੈਂ 300 ਗੁਣਾ 300 ਲਿਖਾਂਗਾ, ਤਾਂ ਆਪਣੇ ਕੋਲ ਆ ਜਾਊਗਾ ਇੱਥੇ ਏਰੀਆ ਆਫ ਰੂਮ। ਠੀਕ ਹੈ, ਏਰੀਆ ਆਫ ਰੂਮ ਆਪਾਂ ਡਿਵਾਈਡ ਕਰਾਂਗੇ ਜੀ ਏਰੀਆ ਆਫ ਸਲੈਬਸ। ਏਰੀਆ ਆਫ ਸਲੈਬ ਕਿੰਨਾ ਹੈ ਜੀ ਆਪਣੇ ਕੋਲੇ, 20 ਬਾਈ 30। ਠੀਕ ਹੈ ਜੀ, ਕਿੰਨਾ ਆਂਸਰ ਆ ਗਿਆ ਜੀ, 150 ਆਪਣਾ ਕੀ ਆ ਗਿਆ, ਆਂਸਰ ਆ ਗਿਆ। ਇਹਦਾ ਫਾਰਮੂਲਾ ਆਪਾਂ ਕੀ ਲਾਤਾ ਜੀ, ਨੰਬਰ ਆਫ ਸਲੈਬ ਫਾਈਂਡ ਕਰਨ ਦਾ, ਨੰਬਰ ਆਫ ਸਲੈਬਸ ਫਾਈਂਡ ਕਰਨ ਦਾ ਆਪਾਂ ਫਾਰਮੂਲਾ ਕੀ ਪੁੱਟ ਕਰਤਾ ਜੀ, ਏਰੀਆ ਆਫ ਰੂਮ upon area of slabs। तो अपने को किया गया जी नंबर ऑफ टाइल्स। तो इसका आंसर आ गया अपने को 150। नेक्स्ट क्वेश्चन, if 50 square stone slab equal size were needed to cover a floor area of 72 square meter, the length of each stone slab is। तो हर एक स्टोन स्लैब की लेंथ कितनी होगी। तो अपने कोल की है जी, फ्लोर का एरिया कितना 72 स्क्वेयर मीटर। आप जस्ट टाइल कितने लाउनियां ने, सिर्फ 50 टाइल्स लाउनियां ने। तो इन्हें आप की करांगे, सेम फार्मूला एरिया ऑफ फ्लोर, नंबर ऑफ टाइल्स आप फाइंड करनियां ने, नंबर ऑफ टाइल्स आप फाइंड करनियां ने, एरिया ऑफ फ्लोर, नंबर ऑफ टाइल्स है इस बारी अपने को नंबर ऑफ टाइल्स है, अपने साइज ऑफ लेंथ ऑफ पता करना, लेंथ पता करनी है, लेंथ ऑफ स्लैब, लेंथ ऑफ स्लैब पता करनी है। तो एरिया ऑफ फ्लोर नंबर ऑफ टाइल्स। ठीक है जी, सीधा स्क्वायर कर देंगे, मीटर स्क्वायर। तो एरिया फ्लोर अपने को है जी 72 अपॉन 50, जो भी होगा अपने को मीटर स्क्वायर आंसर आ जाएगा। इसको सॉल्व करके अपने को आंसर आऊगा 1.4 मीटर स्क्वायर। 1.4 मीटर स्क्वायर, जो है 1.4 मीटर स्क्वायर है, इसमें मैं 1.2 मीटर भी लिख सकता, क्योंकि स्क्वायर ਦੇ ਵਿੱਚ ਹੈ, मीटर ਚ ਕਿੰਨਾ ਆ ਜਾਊਗਾ ਜੀ 1.2 मीटर। ਜਾਂ
इसमें आप लिख सकते हैं 120 सेंटीमीटर। तो एक स्लैब का लेंथ कितनी आ गई जी 120 सेंटीमीटर की आ गया अपना आंसर आ गया। नेक्स्ट क्वेश्चन, the length and width of the floor of the room are 20 feet and 10 feet respectively. Square tiles of 2 feet length of different colors are to be laid on the floor. ਆਪਣੇ ਕੋਲ ਇੱਕ ਰੂਮ ਦੀ ਡਾਈਮੈਂਸ਼ਨ ਹੈ 20 ਬਾਈ 10 ਦੀ, ਜੇ ਆ ਚੀਜ਼ 20 ਤਾਂ ਇਹ ਹੈਗੀ 10। ਆਪਾਂ ਸਾਈਡਾਂ ਤੇ ਲਾਉਣੀ ਹੈ, ਜਿੱਥੇ ਮੈਂ ਬਲੈਕ ਲਿਖਿਆ ਇੱਥੇ ਆਪਾਂ ਚਾਰੇ ਪਾਸੇ ਲਾਉਣੀ ਹੈ ਬਲੈਕ ਟਾਈਲ, ਇੱਥੇ ਲਾਉਣੀ ਹੈ ਵਾਈਟ ਟਾਈਲ, ਇੱਥੇ ਲਾਉਣੀ ਹੈ ਬਲੂ ਟਾਈਲ। ਹੁਣ ਆਪਾਂ ਇੱਕ ਪੱਟੀ ਲਾਉਣੀ ਹੈ ਜੀ ਬਲੈਕ ਟਾਈਲ ਦੀ, ਇੱਕ ਟਾਈਲ ਦੀ ਡਾਈਮੈਂਸ਼ਨ ਹੈ 2 ਫੁੱਟ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਏਰੀਆ 20 ਬਾਈ 10 ਦਾ, ਜੋ 20 ਬਾਈ 10 ਦੇ ਵਿੱਚੋਂ ਮੈਂ ਚਾਰੇ ਪਾਸੇ ਬਲੈਕ ਟਾਈਲ ਲਾ ਦਾਂਗਾ ਤਾਂ ਕਿੰਨੀਆਂ ਜੋ ਹੈ ਕਿੰਨਾ ਏਰੀਆ ਬਾਕੀ ਬਚੇਗਾ। ਜੇ ਆਪਾਂ ਇੱਥੇ ਗੱਲ ਕਰੀਏ कि सारा एरिया 20 बाई 10 है, 20 बाई 10 सारा 200 स्क्वायर फुट जो है एरिया है, सारा जो एरिया है वो 200 स्क्वायर फुट का एरिया है। तो ब्लैक टाइल लावांगे 2-2 फीट की, तो जी डायमेंशन है वो कितनी रह जानी है, बाकी जो आ चीज़ डायमेंशन है तो लेंथ फिट चो 4-4 घट जाना है, आ चीज़ रह जानी है 16, ये चीज़ रहनी है 6, ठीक है जी। तो जो बाकी आ एरिया कितना बच गया, ये बचूगा जी 16 छिका 96, 16 छिका 96 एरिया टोटल टोटल 200 एरिया, 200 ਦੇ ਵਿੱਚੋਂ 96 ਏਰੀਆ ਛੱਡ ਕੇ ਆਪਣੇ ਕੋਲ ਬਲੈਕ ਟਾਈਲਸ ਲੱਗੀਆਂ ਜੀ। ਕਹਿੰਦੇ ਬਲੈਕ ਟਾਈਲਸ ਆਰ ਲੇਡ ਇਨ ਦਾ ਫਸਟ ਰੋ, ਫਸਟ ਰੋ ਜੋ ਆਪਾਂ ਬਲੈਕ ਟਾਈਲਸ ਲਾਈਆਂ ਤਾਂ ਆਪਣੇ ਕੋਲ ਬਾਕੀ ਏਰੀਆ 96 ਬਚ ਗਿਆ, ਠੀਕ ਹੈ ਜੀ, ਕਿਉਂਕਿ ਟਾਈਲ ਦੀ ਡਾਈਮੈਂਸ਼ਨ 2 ਬਾਈ 2 ਦੀ ਸੀ। Black tiles are laid in the first row and on all sides. If white tiles are laid in the 1/3 of the remaining, ਹੁਣ 200 ਆਪਣੇ ਕੋਲ ਟੋਟਲ ਸੀ, 200 ਦੇ ਵਿੱਚੋਂ ਬਲੈਕ ਟਾਈਲ ਲਾ ਕੇ ਆਪਣੇ ਕੋਲ ਏਰੀਆ 96 ਬਚਿਆ, ਇਹਦੇ ਵਿੱਚੋਂ 1/3 ਜੋ ਆਪਣਾ ਹੈਗਾ ਮੀਨ 96 ਦਾ 1/3 ਆਪਾਂ ਕੀ ਲਾਉਣੀਆਂ ਨੇ ਜੀ ਵਾਈਟ ਟਾਈਲ ਲਾਉਣੀਆਂ ਨੇ। ਵਾਈਟ ਟਾਈਲ ਆਪਾਂ ਕਿਹੜੀਆਂ ਲਾਉਣੀਆਂ ਜੀ, ਇਫ ਵਾਈਟ ਟਾਈਲਸ ਆਰ ਲੇਡ ਇਨ ਦਾ 1/3 of the remaining, ਮੀਨ 96 ਚੋਂ ਆਪਾਂ 1/3, 96 ਦਾ 1/3 ਆਪਾਂ ਵਾਈਟ ਟਾਈਲ ਕਿਹੜੀਆਂ ਲਾਵਾਂਗੇ, ਆਪਾਂ ਵਾਈਟ ਟਾਈਲ ਜੋ ਨੇ ਉਹ ਲੱਗਣਗੀਆਂ ਆਪਣੀਆਂ 96 ਦਾ 1/3 ਮੀਨਸ 32 ਸਕੁਅਰ ਫੁੱਟ ਜਗ੍ਹਾ ਤੇ ਆਪਣੇ ਕੋਲ ਵਾਈਟ ਟਾਈਲ ਲੱਗਣਗੀਆਂ। ਆਪਣੇ ਕੋਲ ਵਾਈਟ ਟਾਈਲ ਲੱਗਣਗੀਆਂ ਵਾਈਟ ਟਾਈਲ ਲੱਗਣਗੀਆਂ 96 ਦੇ ਵਿੱਚੋਂ 32 ਸਕੁਅਰ ਫੁੱਟ ਤੇ, ਤਾਂ ਬਾਕੀ ਏਰੀਆ ਕਿੰਨਾ ਬਚ ਗਿਆ ਬਲੂ ਵਾਸਤੇ 96 ਮਾਈਨਸ 32 64 ਏਰੀਆ ਬਚ ਗਿਆ। 64 ਤੇ ਆਪਣੇ ਕੋਲ ਕੀ ਲੱਗਣਗੀਆਂ ਜੀ ਬਲੂ ਟਾਈਲਸ, ਜਿੱਥੇ ਮੈਂ ਬਲੂ ਲਿਖਿਆ ਇਸ ਏਰੀਆ 'ਚ ਆਪਾਂ ਨੇ ਬਲੂ ਟਾਈਲਸ ਲਾਉਣੀਆਂ ਨੇ। ਤਾਂ ਬਲੂ ਟਾਈਲਸ ਇਹਨਾਂ ਨੇ ਗਿਣਤੀ ਪੁੱਛੀ ਕਿੰਨੀ ਹੋਵੇਗੀ। ਸਭ ਤੋਂ ਪਹਿਲਾਂ ਆਪਣੇ ਕੋਲ 20 ਬਾਈ 10 ਦਾ ਸੀ, ਉਹ 'ਚੋਂ ਆਪਾਂ ਬਲੈਕ ਟਾਈਲ ਲਾਤੀਆਂ ਤਾਂ ਏਰੀਆ 96 ਬਚ ਗਿਆ, ਠੀਕ ਹੈ ਜੀ। 96 ਏਰੀਆ ਕਿਵੇਂ ਬਚੇ, ਕਿਉਂਕਿ ਜੋ ਆਹ ਚੀਜ਼ ਸਾਈਡਾਂ 2-2 ਫੁੱਟ ਜਾਊਗਾ ਤਾਂ ਆਹ ਜਿਹੜੀ ਲੈਂਥ ਹੈ ਬਲੈਕ ਟਾਈਲ ਲਾਈਨ ਤੋਂ ਬਾਅਦ ਲੈਂਥ ਤੇ ਵਿਡਥ 16 ਤੇ 6 ਰਹਿ ਜਾਣੀ ਹੈ 96। ਫਿਰ ਜੋ ਬਾਕੀ ਏਰੀਆ ਰਹੇਗਾ ਤਾਂ 1/3 ਵਾਈਟ ਟਾਈਲ, ਬਾਕੀ ਤੇ ਬਲੂ ਟਾਈਲ। ਬਲੂ ਟਾਈਲ ਵਾਸਤੇ ਆਪਣੇ ਕੋਲ ਏਰੀਆ ਸਿਰਫ 64 ਬਚਿਆ। ਤਾਂ ਇੱਕ ਟਾਈਲ ਦੀ ਡਾਇਮੈਂਸ਼ਨ ਕਿੰਨੀ ਹੈ ਜੀ ਆਪਣੇ ਕੋਲ 2 ਬਾਈ 2 ਦੀ, ਤਾਂ ਏਰੀਆ ਫਲੋਰ ਉਹੀ ਫਾਰਮੂਲਾ ਲੱਗ ਜਾਣਾ, area of floor divided by area of tile equal to number of tiles। ਹੁਣ ਬਲੂ ਟਾਈਲ ਵਾਸਤੇ ਏਰੀਆ ਆਪਣੇ ਕੋਲ ਬਚਿਆ 64, ਏਰੀਆ ਆਫ ਟਾਈਲ ਹੈਗਾ ਜੀ ਆਪਣੇ ਕੋਲ 2 ਬਾਈ 2, ਤਾਂ ਕਿੰਨੀਆਂ ਟਾਈਲ ਲੱਗਣਗੀਆਂ ਜੀ 16 ਟਾਈਲ ਕੀ ਹੈਗਾ ਆਪਣੇ ਕੋਲ ਆਨਸਰ ਆ ਗਿਆ। ਬਲੂ ਆਪਾਂ ਨੂੰ ਕਿੰਨੀਆਂ ਟਾਈਲ ਚਾਹੀਦੀਆਂ 16 ਟਾਈਲ ਚਾਹੀਦੀਆਂ ਨੇ ਜੀ, ਇਹ ਕੁਐਸਚਨ ਹੈ, ਠੀਕ ਹੈ ਜੀ। ਧਿਆਨ ਨਾਲ ਤੁਸੀਂ ਦੇਖ ਲਓ। ਉਸ ਤੋਂ ਬਾਅਦ ਨੈਕਸਟ ਕੁਐਸਚਨ ਕਹਿੰਦੇ what is the least number of square tiles required to pave the floor of room 1500 मीटर by 1700 and 9 मीटर बाय 2 सेंटीमीटर। ਇਹ ਕੁਐਸਚਨ ਆਪਾਂ ਕਿਵੇਂ ਸੋਲਵ ਕਰਾਂਗੇ ਜੀ, ਇਹ ਕੁਐਸਚਨ 'ਚ ਆਪਾਂ ਕਰਾਂਗੇ HCF ਫਾਈਂਡ।
इस ਆਪਾਂ ਕਰਾਂਗੇ ਜੀ HCF। रूम की लेंथ 15 मीटर बाय 17 सेंटीमीटर है, इसमें मैं 1517 सेंटीमीटर भी लिख सकता हूँ, विड्थ नूं 902 सेंटीमीटर भी लिख सकता। ये आप HCF फाइंड करांगे तो 1517 902 902 कितना जी अपना आया फिर रिमाइंडर 615, इधर अपने को आ गया जी 902 आप विच रख लांगे, फिर 615 सब तो पहले आप इत्थे कितना करांगे जी आप HCF फाइंड करके एक टाइल की अपने को डायमेंशन आ जानी है वो फाइंड करांगे, क्योंकि स्क्वायर टाइल चलानी है, टाइल स्क्वायर चलानी ने, कोई भी टाइल आप कट के नहीं लानी। तो इतने बाकी बचे अपने को 287 इंटू 615 574, रिमेनिंग बचे अपने को 41 287 बाय 4। इतने अपने को पूरा पूरा कटिया गया, मीनस अपने को एक टाइल डायमेंशन कितनी आ गई जी 41 सेंटीमीटर। तो इतने आप सिर्फ सब तो पहले आप टाइल की डायमेंशन फाइंड की 41 सेंटीमीटर। ਹੁਣ ਆਪਾਂ ਨੰਬਰ ਆਫ ਟਾਈਲ ਪਤਾ ਕਰਨੀਆਂ ਨੇ, ਏਰੀਆ ਆਫ ਫਲੋਰ ਬਾਈ ਏਰੀਆ ਆਫ ਟਾਈਲ, ਸੇਮ ਫਾਰਮੂਲਾ, ਏਰੀਆ ਆਫ ਫਲੋਰ अपॉन एरिया ऑफ टाइल। तो एरिया ऑफ फ्लोर कितना अपने को 1517 गुणा 902 बटे 41 इंटू 41, इसको सारे को सोल्व करके आंसर आ जाएगा जी 814। बिल्कुल सही आंसर। इसी जी PDF है तो साढ़े WhatsApp ग्रुप ਤੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਸੀਂ ਸ਼ੇਅਰ ਕਰ ਦਾਂਗੇ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ। ਨਾਲ ਦੀ ਨਾਲ ਹੀ ਸ਼ੇਅਰ ਕਰ ਦਾਂਗੇ, ਜਿਵੇਂ ਹੀ ਵੀਡੀਓ ਅਪਲੋਡ ਕਰਾਂਗੇ ਉਦਾਂ ਹੀ ਇਸਦੀਆਂ ਜੋ ਹੈ PDF ਫਾਈਲਸ ਵੀ ਸ਼ੇਅਰ ਕੀਤੀਆਂ ਜਾਣਗੀਆਂ। A rectangular room can be partitioned into two equal square room by partition 7 मीटर। एक rectangular room है जी, इसमें दो बराबर भागों में वंडिया गया, हरेक साइड 7 करती। मतलब ਆਪਾਂ कर दिए कि rectangular room से ਆਪਾਂ बराबर दो रूम एक रूम ए ਤੇ रूम B ਬਣਾਤੇ ਤੇ ਹਰੇਕ ਸਾਈਡ ਕਿੰਨੀ ਹੋਗੀ ਜੀ 7 ਹੋਗੀ। ਤਾਂ ਹੁਣ ਇਹਨੇ ਇਸ ਰੈਕਟੈਂਗਲ ਰੂਮ ਦਾ ਏਰੀਆ ਪੁੱਛਿਆ ਕਿੰਨਾ ਹੋਵੇਗਾ, ਤਾਂ ਇਹਨਾਂ ਨੇ ਇਸ ਰੈਕਟੈਂਗਲ ਰੂਮ ਦਾ ਏਰੀਆ ਪੁੱਛਿਆ। ਤਾਂ ਇਸ ਨੂੰ ਕਿਵੇਂ ਸੋਲਵ ਕਰਾਂਗੇ ਜੀ, ਹੁਣ ਇਹ 'ਚ ਇੱਕ ਰੈਕਟੈਂਗਲ ਰੂਮ 'ਚੋਂ ਦੋ ਸਕੁਅਰ ਬਣ ਗਏ, ਦੋ ਸਕੁਅਰ ਰੂਮ ਬਣ ਗਏ, ਇਹਦੀ ਸਾਈਡ 7 ਹੈ ਤਾਂ ਏਰੀਆ ਕਿੰਨਾ ਹੋਵੇਗਾ ਸਾਈਡ ਸਕੁਅਰ 7 ਸਕੁਅਰ 49, ਤਾਂ ਇਹਦੀ ਵੀ ਸਾਈਡ 7 ਇਸਦਾ ਵੀ ਏਰੀਆ ਕਿੰਨਾ ਹੋਵੇਗਾ 49। ਇੱਕ ਰੂਮ 'ਚ ਦੋ ਬਣੇ ਹੋਏ ਨੇ ਤਾਂ 49 + 49 कितना हो गया जी, एरिया कितना आ गया जी 98। बिल्कुल आसान क्वेश्चन सी जी ये। अगला क्वेश्चन, द पैरामीटर ऑफ स्क्वायर इज 48 सेंटीमीटर, द एरिया ऑफ रेक्टेंगल इज 4 सेंटीमीटर स्क्वायर लेस देन द एरिया ऑफ स्क्वायर if the length of the rectangle is 14 सेंटीमीटर then its parameter is। ਕਹਿੰਦੇ ਜੀ ਇੱਕ ਸਕੁਅਰ ਦਾ ਪੈਰਾਮੀਟਰ ਕਿੰਨਾ ਹੈ 48, ਜੇ ਸਕੁਅਰ ਦਾ ਪੈਰਾਮੀਟਰ 48 ਹੈ ਤਾਂ ਸਾਈਡ ਕਿੰਨੀ ਹੋਵੇਗੀ ਜੀ 48/4, तो साइड होगी 12। जिसकी साइड 12 है तो एरिया कितना होगा साइड स्क्वायर, जो साइड 12 तो एरिया 80/12 होगी। तो एरिया साइड स्क्वायर मीन्स 12 × 12 140 की आ गई अपने को 144।
144 एरिया आ गया। ਹੁਣ जो रेक्टेंगल का एरिया इस तो 4 घट है तो एरिया ऑफ रेक्टेंगल 144 माइनस 4 बराबर 140। ਹੁਣ ਆਪਣੇ ਕੋਲ रेक्टेंगल का एरिया आ गया जी, एरिया ऑफ रेक्टेंगल 140 ਤੇ रेक्टेंगल की लेंथ है जी 14। लेंथ ने कितनी ਦਿੱਤੀ ਹੋਈ ਹੈ ਜੀ ਇਸ ਦੇ ਵਿੱਚ 14। ਜੇ ਆਪਣੇ ਕੋਲ ਲੈਂਥ ਦਿੱਤੀ ਹੈ ਤਾਂ ਵਿਡਥ ਕਿਵੇਂ ਪਤਾ ਕਰਾਂਗੇ? एरिया अपॉन लेंथ, एरिया 140 बाई लेंथ 14, विड्थ आ गई जी 10। तो इतनी अपने को विड्थ आ गई जी 10, लेंथ 14 गिवन है। इसका क्या पता करना जी अपने पैरामीटर। तो पैरामीटर का फार्मूला क्या होंगे जी 2 इंटू एल प्लस बी, 2 गुणा 10 प्लस 24। अड़तालीस के अपना आंसर आ गया। ओके, नेक्स्ट क्वेश्चन। When the area of a rectangle is thrice the area of a square, जो एक स्क्वायर का एरिया x, जब स्क्वायर का एरिया साइड x बनी है तो एरिया x स्क्वायर एरिया कितना होगा जी 10x स्क्वायर। रेक्टेंगल का एरिया स्क्वायर के एरिया 3 गुना है if the length of the rectangle is 40 cm, इसकी लेंथ है जी 40 cm रेक्टेंगल की, एंड विड्थ है 3/2 टाइम्स दैट ऑफ द साइड ऑफ स्क्वायर। तो आप स्क्वायर साइड x बनी है तो इसकी विड्थ कितनी होगी फिर अकॉर्डिंग 3/2 x। देन द साइड ऑफ द स्क्वायर इज, तो स्क्वायर की साइड की होगी, स्क्वायर की साइड की होगी। मैंने क्वेश्चन पूछा तो जब कुछ गल करी गई जो स्क्वायर का एरिया x रेक्टेंगल का जो स्क्वायर एरिया x स्क्वायर का रेक्टेंगल में 3x स्क्वायर। ठीक है, तो रेक्टेंगल की अपने कोई लेंथ भी है विड्थ भी है। फार्मूला के बराबर होगा एरिया ऑफ रेक्टेंगल इज L इंटू बी। L इंटू के बराबर होगा जी L इंटू बी बराबर होगा अपने गिवन है 3/2 40 गुणा 3/2 x बराबर 3x स्क्वायर में। ठीक है जी, इस आपको कितना आ गया जी 60x बराबर 3x स्क्वायर दे x ना x कटा गया 3x बराबर 60, x की वैल्यू अपने को कितनी आ गई जी 20। जो x की वैल्यू अपने को 20 आ गई, आप साइड ऑफ स्क्वायर कितनी बननी सी x बननी सी, तो ये साइड भी कितनी आ गई फिर अपने को x भी 20, बिल्कुल सही आंसर। नेक्स्ट क्वेश्चन कहते इफ द पैरामीटर ऑफ रेक्टेंगल एंड स्क्वायर ईच इज इक्वल टू 80, पैरामीटर बराबर है, इसका पैरामीटर भी 80 है 80 सॉरी, इसका पैरामीटर भी 80 है। ਹੁਣ ਜੇ ਸਕੁਅਰ ਦਾ ਪੈਰਾਮੀटर 80 है तो साइड कितनी होगी? साइड बराबर पैरामीटर 0.4, तो साइड इसकी होगी जी 80/4, बी साइड होगी। जो ऐसी साइड बी है एंड डिफरेंस ऑफ देयर एरिया, पैरामीटर बराबर 80 है, इन्हें दे एरिया का जो डिफरेंस है 100 है। रेक्टेंगल तो स्क्वायर का पैरामीटर 80 जो कि बराबर है, एरिया 100 का डिफरेंस है, द साइड ऑफ रेक्टेंगल, तो रेक्टेंगल की साइड्स की होंगी। तो एक चीज देखिए अपने को स्क्वायर का पैरामीटर 80 दिता होया सी, साइड बी आ गई तो नेचुरली क्या है स्क्वायर का जो एरिया है, एरिया ऑफ स्क्वायर अपने को कितना आ गया जी साइड इंटू साइड, साइड इंटू साइड मींस बी गुणा बी 400। ਹੁਣ जो अपने को स्क्वायर का एरिया 400 आ गया, रेक्टेंगल का एरिया ज्यादा 500 होगा क्योंकि 100 का डिफरेंस है।
ਜਾਂ 500 ਹੋ ਜਾਂ 300 ਹੋਊਗਾ। ਤਾਂ ਇਸ ਨੂੰ ਆਪਾਂ ਕੁਐਸਚਨ ਆਪਸ਼ਨ ਤੋਂ ਸੋਲਵ ਕਰ ਸਕਦੇ ਹਾਂ। ਸਿੰਗਲ ਦਾ ਏਰੀਆ ਜਾਂ ਤਾਂ 500 ਹੋਊਗਾ ਜਾਂ 300, ਕਿਉਂਕਿ ਇਹਨਾਂ 'ਚ ਏਰੀਆ ਦਾ 100 ਦਾ ਫਰਕ ਹੈ। ਹੁਣ ਕੋਈ ਇਹੋ ਜਿਹੀ ਆਪਸ਼ਨ ਦੇਖੋ, ਆਪਸ਼ਨ ਦੇ ਵਿੱਚ ਜਿੰਨਾ ਦਾ ਗੁਣਾ ਕਰਕੇ 300 ਜਾਂ 500 ਬਣਦਾ ਹੋਵੇ, ਪਰ ਜੋੜ ਪੈਰਾਮੀਟਰ 80 ਬਣਦਾ ਹੋਵੇ, ਜੋੜ 40 ਬਣਦਾ ਹੋਵੇ, ਕਿਉਂਕਿ ਜੇ ਪੈਰਾਮੀਟਰ 80 ਹੈ, L+B ਕਿੰਨਾ ਹੋ ਜੂ ਆਪਣੇ ਕੋਲੇ 40 ਹੋ ਜੂਗਾ। ਤੇ L×B ਆਪਾਂ ਨੂੰ ਜਾਂ ਤਾਂ 300 ਚਾਹੀਦਾ ਜਾਂ 500 ਚਾਹੀਦਾ। ਤਾਂ ਆਪਾਂ ਦੇਖੀਏ ਸਰ, ਆਪਣੇ ਕੋਲ ਇੱਕ ਹੀ ਆਪਸ਼ਨ ਹੈ ਇੱਥੇ C, ਜਿੱਦਾਂ ਕਿ L×B ਆਪਣੇ ਕੋਲ 30 × 10 300 ਬਣਦਾ ਤੇ L+B 40 ਬਣਦਾ। L×B 30 × 10 300 ਤੇ L+B 30 + 10 40। ਕਿਉਂਕਿ ਪੈਰਾਮੀਟਰ ਹੈ ਜੋ L+B ਦਾ ਦੁੱਗਣਾ ਹੁੰਦਾ। ਇਸ ਕਰਕੇ ਕੁਛ ਕੁਐਸਚਨ ਆਪਾਂ ਸੋਲਵ ਕਰਕੇ ਉਸ ਤੋਂ ਬਾਅਦ ਇਸਨੂੰ ਕੀ ਕਰਨਾ ਸੀ, ਆਪਾਂ ਨੇ ਆਪਸ਼ਨ ਤੋਂ ਸੋਲਵ ਕਰਨਾ ਸੀ ਸੌਖੇ ਤਰੀਕੇ ਦੇ ਲਈ। ਆਂਸਰ ਕਿੰਨਾ ਆ ਗਿਆ ਆਪਣੇ ਕੋਲ 30 ਸੈਂਟੀਮੀਟਰ ਬਾਏ 10 ਸੈਂਟੀਮੀਟਰ। अगला क्वेश्चन, द कॉस्ट ऑफ फेंसिंग ए स्क्वायर फील्ड ऑफ ₹20 पर मीटर इज 10,000 80 रुपये। 20 रुपये साहब अपने 10,000 80 रुपये फेंसिंग से लगे, तो 10,000 80 बटा 20 अपने को आ गया जी पैरामीटर कितना आ गया 504। ये क्या आ गया अपने को पैरामीटर ऑफ स्क्वायर आ गया। पैरामीटर की आ गया अपने को पैरामीटर ऑफ स्क्वायर आ गया। तो जी अपने को पैरामीटर ऑफ स्क्वायर आ गया, स्क्वायर का जो पैरामीटर है स्क्वायर का पैरामीटर 504 आ गया। ਹੁਣ ਆਪਾਂ ਕੀ ਕਰਨਾ ਹੈ, ਆਪਾਂ ਇਸ ਦੇ ਇਨਸਾਈਡ ਕੀ ਕਰਨਾ, ਇੱਕ ਦ ਕੋਸਟ ਆਫ ਫੈਂਸਿੰਗ ਦਾ ਸਕੁਅਰ ₹20 ਪਰ ਮੀਟਰ ₹10,800 1080 10,080 रुपये। हाउ मच विल इट कॉस्ट टू पे 3 मीटर वाइड पेमेंट अलोंग द फेंसिंग इनसाइड द फील्ड। ਹੁਣ ਆਪਾਂ ਇਸ ਫੈਂਸਿੰਗ ਕਰਨੀ ਹੈ, ਜੋ ਉਹ ਕੀ ਕਰਨੀ ਹੈ ਜੀ, ਇਸ 'ਚ ਜੋ ਆਪਾਂ ਫੈਂਸਿੰਗ ਕਰਨੀ ਹੈ, ਹੁਣ ਜੋ ਆਪਾਂ ਇਸ ਫੈਂਸਿੰਗ ਕਰਨੀ ਹੈ ਇਸ ਦੀ ਬਾਉਂਡਰੀ ਦੇ ਇਨਸਾਈਡ ਇੱਕ ਫੈਂਸਿੰਗ ਕਰਨੀ ਹੈ, ਇਸ ਦੇ जो है अपने इसके अंदर एक इस जगह ਤੇ ਆਪਾਂ ਨੇ ਇੱਕ ਪੇਮੈਂਟ ਸੈੱਟ ਕਰਨਾ ਹੈ। ਹੁਣ ਜੇ ਆਪਣੇ ਕੋਲ ਆਊਟਰ ਜੋ ਐਜ ਹੈ, ਆਊਟਰ ਜੋ ਬਾਉਂਡਰੀ ਹੈ, ਉਸ ਦਾ ਆਪਣੇ ਕੋਲ ਪੈਰਾਮੀਟਰ 504 ਆਇਆ ਹੈ। ਆਊਟਰ ਦਾ ਆਪਣੇ ਕੋਲ ਪੈਰਾਮੀਟਰ ਕਿੰਨਾ ਹੈ ਜੀ 504। ਜੇ ਆਪਣੇ ਕੋਲ ਆਊਟਰ ਦਾ ਪੈਰਾਮੀਟਰ 504 ਆਇਆ ਹੈ ਤਾਂ ਇੱਕ ਸਾਈਡ ਕਿੰਨੀ ਆ ਗਈ, ਤਾਂ ਆਪਣੇ ਕੋਲ ਇੱਕ ਸਾਈਡ ਆ ਗਈ ਜੀ 504 ਡਿਵਾਈਡ ਬਾਈ 4 126। ਮੀਨਸ ਆਹ ਸਾਈਡ ਆਪਣੇ ਕੋਲ 126 ਹੋ ਗਈ। 3 ਮੀਟਰ ਦੀ ਬਾਉਂਡਰੀ, 3 ਇੱਧਰੋਂ ਛੱਡਾਂਗੇ 3 ਇੱਧਰੋਂ ਛੱਡਾਂਗੇ, ਤਾਂ ਵਿੱਚ ਵਾਲੀ 120 ਰਹਿ ਗਈ ਸਾਈਡ। ਆਪਾਂ ਏਰੀਆ ਇਸ ਦਾ ਚੀਜ਼ ਦਾ ਪਤਾ ਕਰਨਾ ਹੈ, ਤਾਂ ਇਹਦਾ ਏਰੀਆ ਕਿਵੇਂ ਫਾਈਂਡ ਕਰਾਂਗੇ, ਜੇ ਆਪਾਂ ਵੱਡੇ ਸਕੁਅਰ ਦੇ ਵਿੱਚੋਂ ਛੋਟੇ ਸਕੁਅਰ ਦਾ ਏਰੀਆ ਮਾਈਨਸ ਕਰ ਦਈਏ ਤਾਂ ਵਿੱਚ ਵਾਲੀ ਚੀਜ਼ ਦਾ ਆਪਣੇ ਕੋਲ ਸਕੁਅਰ ਆ ਜਾਊਗਾ, ਵਿੱਚ ਵਾਲੀ ਚੀਜ਼ ਦਾ ਆਪਣੇ ਕੋਲ ਏਰੀਆ ਆ ਜਾਊਗਾ। ਜੋ इसकी बाउंड्री है, जो वाकिंग एरिया है, इस अपने को एरिया आ जाना है। तो इस करके आप की करेंगे वड्डे स्केयर का एरिया 126 का स्केयर माइनस 120 का स्केयर। 126 का स्केयर होंगे जी 158 76 158 76 माइनस 140 00। जो आप किया इसमें माइनस करके अपने को आ जाएगा जी 6 1476 आ जाएगा जी इतने 1476। तो एक जो है स्क्वायर मीटर का खर्चा है 50 रुपये। टोटल कॉस्ट पता करनी है, तो अपने को जो विच का एरिया कितना आ गया 476। तो 476 गुणा 50, टोटल कॉस्ट नहीं है अपने को 77,800 अपना किया गया जी, आंसर आ गया 77,800। इस तरह अगला क्वेश्चन, ए पार्क स्क्वायर इन शेप हैज 3 मीटर वाइड रोड इनसाइड। ਇਹਦੇ ਵਿੱਚ 3 मीटर वाइड रोड है, आ ਜਿਹੜਾ 3 मीटर वाइड ਇਹਨਾਂ ਦਿੱਤਾ ਹੋਇਆ inside it running along its side, the area occupied by the road is 464 square meter।
जो आ एरिया कितना दिता हुआ जी 1764 एरिया दिता हुआ है जो इसने कवर ऑक्यूपाई किया हुआ है। वट इज द पैरामीटर अलोंग द आउटर एज ऑफ द रोड, आप आउटर एज का पैरामीटर फाइंड करना है। अपने को इनर का आ चीज़ का एरिया दिता है 1764, तो 1764 डिवाइड बाय 3, क्योंकि 3 मीटर ये वाइड है, तो अपने को इनर एज का एरिया पैरामीटर आ गया 588। आ एरिया 1764 है, 3 मीटर वाइड है, जो एरिया डिवाइड बाय विड्थ किया, जो आप एरिया डिवाइड बाय विड्थ करांगे तो लेंथ आजू, तो लेंथ अपने को 588 आ गई इनर स्केयर की। आउटर स्केयर 3 मीटर वाइड है, तो 4 साइड्स ने, तो ये आप कितना कर देंगे जी, 4 साइड ने, तो 3 गुणा 4 12 इनर प्लस कर देंगे, तो 588 प्लस 12 आउटर का कितना आ जाएगा जी 600। बिल्कुल सही आंसर 600 मीटर। इस तरह से ये सी अपने क्वेश्चन नंबर 51 ਤੋਂ 60। ਇਸੇ ਹੀ ਤਰ੍ਹਾਂ ਤੁਸੀਂ ਹੋਰ ਕੁਐਸਚਨਸ ਸਿੱਖਣ ਦੇ ਲਈ ਸ਼ੋਰਟ ਟ੍ਰਿਕਸ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ। ਇਸਦੀ ਪੀਡੀਐਫ ਸਾਡੇ ਟੈਲੀਗ੍ਰਾਮ ਚੈਨਲ ਜੋ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸਦਾ ਲਿੰਕ ਮੈਂਸ਼ਨ ਹੈ। WhatsApp ਗਰੁੱਪ ਜਿਹਦਾ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮੈਂਸ਼ਨ ਹੈ, ਉਸ 'ਤੇ ਅਵੇਲੇਬਲ ਹੋਵੇਗੀ ਵੀਡੀਓ ਅਪਲੋਡ ਕਰਨ ਦੇ ਨਾਲ ਨਾਲ ਹੀ। ਇਸ ਤਰ੍ਹਾਂ ਨੈਕਸਟ ਵੀਡੀਓ ਵੀ ਜਲਦੀ, ਇੱਕ ਆਰ ਤੱਕ ਦੀ ਜਲਦੀ ਲੈ ਕੇ ਆ ਰਹੇ ਹਾਂ। ਅੱਜ ਲਈ ਇੰਨਾ ਹੀ ਬਹੁਤ। ਥੈਂਕ ਯੂ।